ਢਿੱਲੋਂ ਸਾਹਿਬ, ਵਿਕਾਸ ਦੁਬੇ ਨੂੰ ਜ਼ਮਾਨਤਾਂ ਕਿਉਂ ਤੇ ਕਿਵੇਂ ਮਿਲੀਆਂ? ਸੁਪਰੀਮ ਕੋਰਟ ਨੇ ਰਿਕਾਰਡ ਸਮੇਤ ਮੰਗੀ ਰਿਪੋर्ट, क्योंकि ਜਿਹੜਾ ਉਹਦਾ ਮੁਕਾਬਲਾ ਬਣਾਇਆ ਇਹਨਾਂ ਨੇ ਇਨਕਾਊਂਟਰ ਕਰਕੇ ਮਾਰ ਦਿੱਤਾ। ਉਹਨੇ ਕਈ ਸਵਾਲ ਖੜੇ ਕਰ ਦਿੱਤੇ ਆ, ਪਰ ਜੇ ਸੁਪਰੀਮ ਕੋਰਟ ਨੇ ਇਹ ਮੰਗੀ ਆ ਰਿਪੋर्ट ਮੰਗੀ ਆ, ਸ਼ਾयद ਤੁਹਾਨੂੰ ਲੱਗਦਾ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਆ? देखो चंदी साहब, यह है कि विकास दुबे ने जो अपराध किया है ਉਹਦੇ ਵਿੱਚ ਇੱਕ ਡੀਐਸਪੀ ਸਮੇਤ 8 ਪੁਲਿਸ ਵਾਲਿਆਂ ਦੇ ਕਤਲ ਦਾ ਉਹਦੇ ਤੇ ਦੋਸ਼ ਹੈ। ਬਿਲਕੁਲ ਜੀ। ਹਫ਼ਤੇ ਬਾਅਦ ਉਸ ਬੰਦੇ ਨੂੰ ਫੜਨ ਵਾਸਤੇ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ। ਪਹਿਲੀ ਗੱਲ ਤਾਂ ਇਹ ਹੈ ਕਿ ਉਹਦੇ ਖਿਲਾਫ ਦਰਜਨਾ ਕੇਸ ਹੈ ਜੀ, ਔਰ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰ ਰਹੇ ਹਾਂ ਕਿ 2001 ਦੇ ਵਿੱਚ ਜਦੋਂ ਰਾਜਨਾਥ ਸਿੰਘ ਯੂਪੀ ਦਾ ਮੁੱਖ ਮੰਤਰੀ ਹੁੰਦਾ ਸੀ ਜੀ, ਉਦੋਂ ਉਹਨੇ ਇੱਕ ਪੁਲਿਸ ਥਾਣੇ ਦੇ ਵਿੱਚ ਬੀਜੇਪੀ ਦੇ ਇੱਕ ਲੀਡਰ ਨੂੰ ਜਿਹਦੇ ਕੋਲੇ ਰਾਜ ਮੰਤਰੀ ਦਾ ਰੁਤਬਾ ਸੀ ਗੋਲੀ ਮਾਰ ਕੇ ਮਾਰ ਦਿੱਤਾ ਸੀ, ਲੇਕਿਨ ਉਹਨੂੰ 1 ਦਿਨ ਦੀ ਸਜ਼ਾ ਨਹੀਂ ਹੋਈ। ਸਜ਼ਾ ਕਿਉਂ ਨਹੀਂ ਹੋਈ? ਕਿਉਂਕਿ ਜਿੰਨੇ ਗਵਾਹ ਸੀ ਲਗਭਗ ਸਾਰੇ ਦੇ ਸਾਰੇ ਗਵਾਹ ਪੁਲਿਸ ਵਾਲੀ ਸੀ 25-30, ਕਿਸੇ ਵੀ ਗਵਾਹ ਨੇ ਉਹਦੇ ਖਿਲਾਫ ਗਵਾਹੀ ਨਹੀਂ ਦਿੱਤੀ ਤੇ ਉਹ ਬੰਦਾ ਬਰੀ ਹੋ ਗਿਆ ਸੀ। ਸਵਾਲ ਇਹ ਪੈਦਾ ਹੁੰਦਾ ਕਿ ਤੁਹਾਨੂੰ ਮੈਨੂੰ ਡਰ ਹੋ ਸਕਦਾ ਹੈ, ਪੁਲਿਸ ਜਿਹੜੀ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਉਹਨੂੰ ਡਰ ਕਾਹਦਾ ਸੀ? मतलब ये है कि पुलिस वाले गवाहियां मुकरे आ, मुकरे नहीं, वो मुकराए गए सी, ਉਹਦੇ ਵਿੱਚ सियासी दखलअंदाजी सी। बिल्कुल जी। दर्जना उस बंदे के खिलाफ केस है और ਉਹਦੇ खिलाफ कोई कार्रवाई नहीं होंदी, वो बंदे ਨੂੰ ਜ਼ਮਾਨਤਾਂ मिल जांदियां। इत्थों तक कि ਜਿਹੜੇ डीएसपी साहब दविंदर मिश्रा जी मारे गए, उस डीएसपी ने कुछ महीने पहला अपने जिले के एसएसपी ਨੂੰ ਇੱਕ पत्र लिखा सी और उस पत्र ਦੇ ਵਿੱਚ ਉਹਨੇ स्पष्ट ਕੀਤਾ ਸੀਗਾ कि विकास दुबे ਦੀ ਬਦਮਾਸ਼ੀ ਇਸ ਲਈ ਚੱਲਦੀ ਹੈ ਕਿਉਂਕਿ ਮੁਕਾਮੀ ਐਸਐਚਓ ਦੇ ਥਾਣੇ ਦਾ ਐਸਐਚਓ ਦੇ ਨਾਲ ਮਿਲਿਆ ਹੋਇਆ, ਕਿਰਪਾ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਲੇਕਿਨ ਉਹਦੇ ਖਿਲਾਫ ਕਾਰਵਾਈ ਤਾਂ ਕੀ ਕੀਤੀ ਜਾਣੀ ਸੀ? ਐਸਐਸਪੀ ਨੇ ਸਾਰੀ ਗੱਲ ਉਸ ਐਸਐਚਓ ਨੂੰ ਦੱਸਤੀ ਔਰ ਹੁਣੇ ਜਿਹੜਾ ਇਹ ਕਾਰਾ ਹੋਇਆ, ਜਿਹੜੇ 8 ਬੰਦੇ ਮਰੇ ਹੈ, ਇਹ ਦੱਸਦੇ ਵੀ 8 ਬੰਦੇ ਵੀ ਤਾਂ ਮਰੇ ਹੈ ਕਿਉਂਕਿ ਐਸਐਚਓ ਨੇ ਮੁਖਬਰੀ ਦੇ ਦਿੱਤੀ ਸੀ। ਐਸਐਚਓ ਨੇ ਆਪਦੇ ਮਹਿਕਮੇ ਦੇ ਖਿਲਾਫ ਜਾ ਕੇ ਵਿਕਾਸ ਦੁਬੇ ਨੂੰ ਕਹਿਤਾ ਸੀ ਕਿ ਤੈਨੂੰ ਗ੍ਰਿਫਤਾਰ ਕਰਨ ਵਾਸਤੇ ਆ ਪੁਲਿਸ ਪਾਰਟੀ ਆ ਰਹੀ ਹੈ ਤੇ ਡੀਐਸਪੀ ਇਹਦੀ ਅਗਵਾਈ ਕਰ ਰਿਹਾ ਹੈ। ਹੁਣ ਇਸ ਵੇਲੇ ਉਹ ਐਸਐਚਓ ਵੀ ਗ੍ਰਿਫਤਾਰ ਕੀਤਾ ਹੈ ਔਰ ਉਸ ਐਸਐਚਓ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਵੀ ਹੈ ਕਿ ਜਿਵੇਂ ਵਿਕਾਸ ਦੁਬੇ ਤੇ ਉਹਦੇ ਨਾਲ ਦੇ 6 ਬੰਦਿਆਂ ਨੂੰ ਗੋਲੀਆਂ ਨਾਲ ਮਾਰਿਆ ਗਿਆ, ਮੈਨੂੰ ਵੀ ਗੋਲੀਆਂ ਨਾਲ ਮਾਰਿਆ ਜਾ ਸਕਦਾ ਹੈ ਜੀ। ਸੋ ਇਹਦੇ ਚ ਵੱਡੀ ਗੱਲ ਇਹ ਹੈ ਦੇਖਣ ਵਾਲੀ ਕਿ ਜੇ ਵਿਕਾਸ ਦੁਬੇ ਹੁਣ ਮਾਰਿਆ ਗਿਆ ਤੇ ਪਹਿਲਾਂ ਨਹੀਂ ਮਾਰਿਆ ਗਿਆ, ਕਿਉਂ ਮਾਰਿਆ ਗਿਆ? ਕਿਉਂਕਿ ਉਹਨੇ ਪੁਲਿਸ ਨੂੰ ਹੱਥ ਪਾਇਆ, ਉਹਨੇ ਪੁਲਿਸ ਦੇ 8 ਬੰਦੇ ਮਾਰਤੇ ਸੀ। ਹਾਲਾਂਕਿ ਉਜੈਨ ਦੇ ਵਿੱਚ ਜਾ ਕੇ ਉਹ ਇੱਕ ਮੰਦਿਰ 'ਚ ਜਾਂਦਾ ਹੈ ਔਰ ਬਿਲਕੁਲ ਮੈਨੇਜਡ ਸਰੈਂਡਰ ਕਰਦਾ, ਉਹ ਆਪਦੀ ਪੂਰੀ ਮੈਨੇਜਮੈਂਟ ਕਰਕੇ ਟੀਵੀ ਚੈਨਲਾਂ ਤੇ ਵਾਲਿਆਂ ਨੂੰ ਵੀ ਬੁਲਾਉਂਦਾ, ਉੱਥੇ ਕਹਿੰਦਾ ਮੈਂ ਹੂੰ ਵਿਕਾਸ ਦੁਬੇ ਕਾਨਪੁਰ ਵਾਲਾ। ਇਹਦੇ ਬਾਵਜੂਦ ਉਸ ਬੰਦੇ ਨੂੰ ਜਿਹੜਾ ਹੈਗਾ प्रोडक्शन वारंट नहीं लिया जाता, अदालत पेश नहीं किया जाता। मध्य प्रदेश की सरकार जी है, मध्य प्रदेश की पुलिस है, वो फड़ा दी है यूपी की पुलिस में, यूपी की टास्क फोर्स अगले दिन कह दी है जी इनकाउंटर हो गया क्योंकि गड्डी डिगदी सी। ਉਹਦੇ ਇਨਕਾਊਂਟਰ ਤੋਂ ਪਹਿਲਾਂ ਹੀ ਉਹਦੇ ਕਿਸੇ ਰਿਸ਼ਤੇਦਾਰ ਨੇ ਇੱਕ ਪਟੀਸ਼ਨ ਦਾਇਰ ਕਰਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹਨੇ ਇਲਜ਼ਾਮ ਲਾਇਆ ਸੀ ਕਿ ਜਿਵੇਂ ਦੂਜੇ ਲੋਕ ਮਾਰੇ ਇਸ ਬੰਦੇ ਨੂੰ ਵੀ ਮਾਰਿਆ ਜਾਊਗਾ। ਪਟੀਸ਼ਨ ਪਹਿਲਾਂ ਦਾਇਰ ਹੋ ਗਈ, ਨਾਲ ਦੀ ਨਾਲ ਹੀ ਉਹ ਮਰ ਜਾਂਦਾ ਤੇ ਹੁਣ ਉਹ ਪਟੀਸ਼ਨ ਜਿਹੜੀ ਹੈ ਕੱਲ ਸੁਣਵਾਈ ਵਾਸਤੇ ਚੀਫ ਜਸਟਿਸ ਦੀ ਅਗਵਾਈ ਇਸ ਲਈ 3 ਮੈਂਬਰੀ ਬੈਂਚ ਦੇ ਸਾਹਮਣੇ ਆਈ। ਪਹਿਲਾਂ ਵੀ ਇਹਦੇ ਤੇ ਥੋੜੀ ਜਿਹੀ ਜਿਹਦੇ ਨੋਟਿਸ ਜਾਰੀ ਕੀਤਾ, ਉਹਦੇ ਵੀ ਇਹ ਗੱਲ ਦੇਖੀ ਗਈ ਸੀ, ਮੰਗ ਕੀਤੀ ਗਈ ਸੀ, ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਜਿਵੇਂ हैदराबाद तेलंगाना ਦੇ ਵਿੱਚ ਪਹਿਲਾਂ ਤੁਹਾਨੂੰ ਪਤਾ हैदराबाद ਦੇ ਵਿੱਚ ਇੱਕ ਵੈਟਰਨਰੀ ਡਾਕਟਰ ਕੁੜੀ ਸੀਗੀ, ਉਹ ਆਪਣੀ ਸਕੂਟੀ ਖੜੀ ਕਰਦੀ ਹੁੰਦੀ ਸੀ, ਜਦੋਂ ਸਕੂਟੀ ਚੱਕਣ ਆਈ ਸੀ ਤੇ ਉੱਥੇ ਕੁਝ ਦਰਿੰਦਿਆਂ ਨੇ ਉਹਨੂੰ ਕਿਡਨੈਪ ਕਰ ਲਿਆ ਸੀ, ਉਹਨੂੰ ਰੇਪ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹਨੂੰ ਕਤਲ ਕੀਤਾ ਗਿਆ ਸੀ। ਉਸ ਮਾਮਲੇ ਦਾ ਬੜਾ ਰੌਲਾ ਪਿਆ ਸੀ। ਪੁਲਿਸ ਵਾਲਿਆਂ ਨੇ ਉਹਨਾਂ ਸਾਰਿਆਂ ਨੂੰ ਇਹ ਕਹਿ ਕੇ, ਪਤਾ ਨਹੀਂ ਉਹ ਬੰਦੇ ਸਹੀ ਸੀ ਜਾਂ ਨਹੀਂ ਸੀ, ਕੁਝ ਬੰਦੇ ਮਾਰਤੇ ਸੀ, 4 ਬੰਦੇ ਕਤਲ ਕਰਤੇ ਸੀ ਕਿ ਇਹਨਾਂ ਬੰਦਿਆਂ ਨੇ ਹੀ ਇਹ ਅਪਰਾਧ ਕੀਤਾ ਹੈ। ਇਹ ਮਾਮਲਾ ਵੀ ਸੁਪਰੀਮ ਕੋਰਟ ਚ ਗਿਆ ਸੀ ਤੇ ਸੁਪਰੀਮ ਕੋਰਟ ਨੇ ਇੱਕ ਜਿਹੜੇ ਹੈਗੇ ਸਾਬਕਾ ਜੱਜ ਦੀ ਅਗਵਾਈ ਹੇਠ SIT ਬਣਾਤੀ ਸੀ। ਸੋ ਜਿਸ ਬੰਦੇ ਨੇ ਪਟੀਸ਼ਨ ਦਾਇਰ ਕੀਤੀ ਸੀ ਉਹਨੇ ਮੰਗ ਇਹ ਕੀਤੀ ਸੀ ਕਿ ਇਸ ਮਾਮਲੇ ਦੀ ਪੜਤਾਲ CBI ਤੋਂ ਜਾਂ NIA ਤੋਂ ਕਰਵਾਈ ਜਾਵੇ, ਲੇਕਿਨ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਆ ਗਈ ਕਿ ਇਸ ਮਾਮਲੇ ਦੀ ਪੜਤਾਲ हैदराबाद ਦੀ ਤਰਜ਼ ਤੇ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਜੱਜ ਦੀ ਅਗਵਾਈ ਹੇਠ ਕਿਉਂ ਨਾ ਕਰਵਾਈ ਜਾਵੇ। ਯੋਗੀ ਆਦਿੱਤਿਆਨਾਥ ਦੀ ਸਰਕਾਰ ਜਿਹੜੀ ਹੈਗੀ ਬੜੀ ਤੇਜ਼ ਤਰਾਰ ਸਰਕਾਰ ਹੈ। योगी आदित्यनाथ ने मुख्यमंत्री ਹੁੰਦਿਆਂ और ਉਹਦੇ डिप्टी मुख्यमंत्री ने भी कुछ ਅਜਿਹੇ ਬਿਆਨ ਦਿੱਤੇ ਸੀ ਜਿਨ੍ਹਾਂ ਬਿਆਨਾਂ ਦਾ ਪ੍ਰਭਾਵ ਇਹ ਪੈਦਾ ਹੈ ਕਿ ਵਿਕਾਸ ਦੁਬੇ ਤੇ ਜਿਹੜੇ ਇਹਦੇ ਨਾਲ ਦੇ ਇਹਨਾਂ ਦਾ ਕੰਮ ਤਮਾਮ ਕੀਤਾ ਜਾਵੇ।
ਇਹ ਪ੍ਰਭਾਵ ਉਹਨਾਂ ਦੀ ਗੱਲ ਤੋਂ ਪੈਂਦਾ ਸੀ। ਸੋ ਉਹਨਾਂ ਨੇ ਪਹਿਲਾਂ ਹੀ ਇੱਕ ਜਿਹੜੀ ਆਪਣੀ ਜੋ ਯੂਪੀ ਦੀ ਪੁਲਿਸ ਨੇ ਜਿਹੜਾ ਇਹ ਕੰਮ ਕੀਤਾ, ਇਸ ਕੰਮ ਨੂੰ ਪਰਦਾ ਪਾਉਣ ਲਈ ਇਹਦੇ ਤੇ ਇਸ ਦੇ ਵਿੱਚ ਪੁਲਿਸ ਨੂੰ ਬਚਾਉਣ ਵਾਸਤੇ ਇੱਕ ਉਹਨਾਂ ਨੇ ਸਾਬਕਾ ਹਾਈ ਕੋਰਟ ਜੱਜ ਦੀ ਅਗਵਾਈ ਦੇ ਹੇਠ ਇੱਕ ਕਮਿਸ਼ਨ ਬਣਾਤਾ ਸੀ, ਇੱਕ ਮੈਂਬਰੀ ਕਮਿਸ਼ਨ, ਕਿ ਇਹ ਕਮਿਸ਼ਨ ਜਿਹੜਾ ਪੜਤਾਲ ਕਰੂਗਾ। ਲੇਕਿਨ ਕੱਲ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਇਹ ਗੱਲ ਵੀ ਆਈ ਕਿ ਜਿਹੜੇ ਉਹ ਹਾਈ ਕੋਰਟ ਦੇ ਸਾਬਕਾ ਜੱਜ ਸਾਹਿਬ ਹੈ, ਅਸਲ ਦੇ ਵਿੱਚ ਉਹ ਰਿਟਾਇਰ ਨਹੀਂ ਹੋਏ, ਉਹਨਾਂ ਨੂੰ ਰਿਟਾਇਰ ਕੀਤਾ ਗਿਆ। ਉਹਨਾਂ ਤੇ ਵੀ ਕੋਈ ਇਲਜ਼ਾਮ ਸੀ, ਉਹਨਾਂ ਤੋਂ ਇਨਸਾਫ ਦੀ ਆਸ ਨਹੀਂ। ਫਿਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਪਹਿਲੀ ਗੱਲ ਤਾਂ ਸਾਨੂੰ ਇਹ ਦੱਸਿਆ ਜਾਵੇ ਕਿ ਜਿਸ ਬੰਦੇ ਦੇ ਉੱਤੇ 60-65 ਮੁਕੱਦਮੇ ਚੱਲਦੇ ਹੋਣ, ਉਸ ਬੰਦੇ ਨੂੰ ਧੜਾਧੜ ਜ਼ਮਾਨਤਾਂ ਕਿਵੇਂ ਮਿਲਦੀਆਂ ਸੀ। ਬਿਲਕੁਲ ਜੀ, ਇਹ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇ। ਔਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ, ਉਹ ਕਹਿੰਦੇ ਜੀ ਇਸ ਕਿਸਮ ਦੇ ਬੰਦੇ ਦਾ ਵਾਰ ਆਉਣਾ, ਇਸ ਬੰਦੇ ਵੱਲੋਂ 8 ਪੁਲਿਸ ਵਾਲਿਆਂ ਦਾ ਕਤਲ ਕਰਨਾ, ਇਹਨੂੰ ਅਸੀਂ ਹੈਦਰਾਬਾਦ ਦੀ ਘਟਨਾ ਨਾਲ ਜੋੜ ਕੇ ਨਹੀਂ ਦੇਖ ਸਕਦੇ। ਹੈਦਰਾਬਾਦ ਦੇ ਵਿੱਚ ਇੱਕ ਅਬਲਾ ਨੂੰ ਬੇਹਥਿਆਰੀ ਹੈ, ਜਿਹਦੇ ਕੋਲੇ ਕੋਈ ਕੁਛ ਨਹੀਂ, ਉਹਨੂੰ ਰੇਪ ਕੀਤਾ ਗਿਆ, ਉਹਨੂੰ ਕਤਲ ਕੀਤਾ ਗਿਆ। ਇੱਥੇ ਹਥਿਆਰਬੰਦ ਪੁਲਿਸਿਆਂ ਨੂੰ ਹਥਿਆਰਬੰਦ ਬੰਦਿਆਂ ਨੇ ਕਤਲ ਕੀਤਾ, ਇਹ ਜੁਰਤ ਬੰਦੇ ਦੀ ਕਿਵੇਂ ਬਣੀ? ਇੱਕ ਅਪਰਾਧੀ ਵਾਰ-ਵਾਰ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਆਉਂਦਾ? ਇਹ ਸਿਸਟਮ ਦੀ ਅਸਫਲਤਾ ਹੈ। ਜੇ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਸਿਸਟਮ ਦੇ ਵਿੱਚ ਤਾਂ ਫਿਰ ਸਾਰਾ ਕੁਝ ਆਉਂਦਾ ਹੈ। ਸਿਸਟਮ ਦੇ ਵਿੱਚ ਅਦਾਲਤੀ ਢਾਂਚਾ ਵੀ ਆਉਂਦਾ ਹੈ, ਸਿਸਟਮ ਦੇ ਵਿੱਚ ਪੁਲਿਸ ਵੀ ਆਉਂਦੀ ਹੈ, ਸਿਸਟਮ ਦੇ ਵਿੱਚ ਜਿਹੜਾ ਸਾਡਾ ਦੂਜਾ ਸਿਵਲ ਪ੍ਰਸ਼ਾਸਨ ਹੈ ਇਹ ਵੀ ਆਉਂਦਾ ਹੈ। ਇਹ ਟਿੱਪਣੀ ਕਰ ਰਿਹਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨੇ ਵੀ ਉਹਦੇ ਪੁਰਾਣੇ ਕੇਸ ਹੈ ਜਿਨ੍ਹਾਂ ਦੇ ਵਿੱਚ ਜ਼ਮਾਨਤਾਂ ਹੋਈਆਂ ਵੀ ਹੈ, ਉਹਨਾਂ ਕੇਸਾਂ ਦਾ ਰਿਕਾਰਡ ਪੇਸ਼ ਕੀਤਾ ਜਾਵੇ, ਸਾਰੇ ਦਾ ਸਾਰਾ। ਨਾਲ ਤੁਸੀਂ ਆਪਣੀ ਰਿਪੋਰਟ ਪੇਸ਼ ਕੀਤੀ ਕਰੋ। ਇਹ ਯੂਪੀ ਸਰਕਾਰ ਨੂੰ ਕਿਹਾ, ਯੂਪੀ ਸਰਕਾਰ ਦੀ ਝਾੜ-ਝਾੜ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਸਧਾਰਨ ਮਾਮਲਾ ਨਹੀਂ ਦੇਖ ਸਕਦੇ, ਇਹਦੀ ਪੜਤਾਲ ਦੀ ਲੋੜ ਹੈ। ਔਰ ਇਹ ਗੱਲ ਵੀ ਕਹੀ ਹੈ ਸੁਪਰੀਮ ਕੋਰਟ ਨੇ ਕਿ ਜੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਅਜਿਹੇ ਬਿਆਨ ਦਿੰਦੇ ਹੈ ਜਿਨ੍ਹਾਂ ਬਿਆਨਾਂ ਦਾ ਪ੍ਰਭਾਵ ਇਹ ਹੋਵੇ ਕਿ ਵਿਕਾਸ ਦੁਬੇ ਜਾਂ ਕੋਈ ਵੀ ਬੰਦਾ ਹੋਵੇ, ਉਸ ਬੰਦੇ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰਨ ਦੀ ਬਜਾਏ ਉਹਦਾ ਆਪਣੇ ਆਪ ਹੀ ਨਿਪਟਾਰਾ ਕਰ ਦਿੱਤਾ ਜਾਵੇ, ਇਹ ਗੱਲ ਵੀ ਖਤਰੇ ਤੋਂ ਖਾਲੀ ਨਹੀਂ, ਇਹਦੀ ਵੀ ਪੜਤਾਲ ਦੀ ਲੋੜ ਹੈ। ਇਹਦੇ ਤੋਂ ਸੁਪਰੀਮ ਕੋਰਟ ਦਾ ਪਤਾ ਲੱਗਦਾ ਥੋੜਾ ਜਿਹਾ ਕਿ ਸੁਪਰੀਮ ਕੋਰਟ ਸਖਤ ਹੋਈ ਹੈ। ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਸਟੇਟ ਦਾ ਕੰਮ ਹੈ, ਪੁਲਿਸ ਦਾ ਕੰਮ ਹੈ ਕਿ ਜੇ ਕੋਈ ਬੰਦਾ ਅਪਰਾਧ ਕਰਦਾ ਉਸ ਬੰਦੇ ਨੂੰ ਫੜਿਆ ਜਾਵੇ, ਫੜ ਕੇ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਅਦਾਲਤ ਤੇ ਪੇਸ਼ ਕੀਤਾ ਜਾਵੇ। ਤੇ ਸਜ਼ਾ ਕੀ ਦੇਣੀ ਹੈ ਇਹ ਕੰਮ ਪੁਲਿਸ ਦਾ ਨਹੀਂ, ਇਹ ਕੰਮ ਅਦਾਲਤ ਦਾ ਹੈ। ਪਰ ਸਾਡੇ ਦੇਸ਼ ਦੇ ਵਿੱਚ ਦੇਖਿਆ ਕਿ ਜਦੋਂ ਕਿਤੇ ਸਰਕਾਰ ਦੀ ਅਸਫਲਤਾ ਸਾਹਮਣੇ ਆਉਂਦੀ ਹੈ ਉਦੋਂ ਹੁੰਦਾ ਕੀ ਹੈ ਕਿ ਉਸ ਵੇਲੇ ਜਿਹੜਾ ਹੈਗਾ ਸਾਰਾ ਕੰਮ ਪੁਲਿਸ ਆਪਣੇ ਹੱਥ ਦੇ ਵਿੱਚ ਹੀ ਲੈ ਲੈਂਦੀ ਹੈ। ਆਪੇ ਪੁਲਿਸ, ਆਪੇ ਇਨਵੈਸਟੀਗੇਟਰ, ਆਪੇ ਵਕੀਲ, ਆਪੇ ਦਲੀਲ, ਆਪੇ ਜੱਜ। ਜਿਹੜੇ ਬੰਦੇ ਤੋਂ ਪਤਾ ਲੱਗਦਾ ਕਿ ਸਾਡੇ ਪਰਦੇ ਚੱਕੇ ਜਾਣਗੇ ਜੇ ਇਹ ਬੰਦਾ ਜਿਉਂਦਾ ਰਹਿ ਗਿਆ, ਔਰ ਉਸ ਬੰਦੇ ਨੂੰ ਖਤਮ ਕਰ ਦਿੱਤਾ ਜਾਂਦਾ। ਇੱਥੇ ਮੈਂ ਇਹ ਵੀ ਜ਼ਿਕਰ ਕਰੂੰਗਾ, ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਸੁਬੋਧ ਕੁਮਾਰ ਸਿੰਘ ਸੀ ਪੁਲਿਸ ਇੰਸਪੈਕਟਰ, ਜਿਸ ਪੁਲਿਸ ਇੰਸਪੈਕਟਰ ਨੂੰ ਹਿੰਦੂ ਵਿਚਾਰਧਾਰਾ ਨਾਲ ਸੰਬੰਧਿਤ ਕੁਝ ਮੁੰਡਿਆਂ ਨੇ ਦਸੰਬਰ 2018 ਦੇ ਵਿੱਚ ਬੁਲੰਦ ਸ਼ਹਿਰ ਯੂਪੀ ਦੇ ਵਿੱਚ ਕਤਲ ਕਰਤਾ ਸੀ। ਬਹੁਤ ਦਰਿੰਦਗੀ ਨਾਲ ਕਤਲ ਕੀਤਾ ਸੀ। ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਆ ਗਈਆਂ ਹੋਣਗੀਆਂ ਜਦੋਂ ਉਹ ਇੰਸਪੈਕਟਰ ਦੀ ਡੈੱਡ ਬੋਡੀ ਹੈ ਜਿਹੜੀ ਉਹ ਜੀਪ ਦੇ ਨਾਲ ਲਟਕਦੀ ਪਾਈ ਗਈ ਸੀਗੀ, ਅੱਧ ਵਿਚਾਲੇ ਲਟਕ ਰਿਹਾ ਸੀ, ਜਿਵੇਂ ਸਮਝ ਲਓ ਵੀ ਤੋੜੀ ਲਮਕਦੀ ਹੁੰਦੀ ਹੈ ਦਰਖਤ ਤੋਂ। ਇਹ ਹਾਲ ਸੀ ਉਹ ਬੰਦੇ ਦੀ। ਉਦੋਂ ਬੜਾ ਰੌਲਾ ਪਿਆ ਸੀਗਾ। ਰੌਲਾ ਪੈਣ ਤੋਂ ਬਾਅਦ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਤੇ ਉਹਨਾਂ ਦੇ ਵਿੱਚੋਂ ਸ਼ੇਸ਼ਰ ਅਗਰਵਾਲ ਨਾਂ ਦਾ ਮੁੰਡਾ ਇੱਕ ਹੁਣ ਇੱਕ ਜ਼ਮਾਨਤ ਤੇ ਆ ਗਿਆ। ਹੋਇਆ ਕੀ ਹੈ ਕਿ ਸ਼ੇਸ਼ਰ ਅਗਰਵਾਲ ਜ਼ਮਾਨਤ ਤੇ ਆ ਗਿਆ। ਜ਼ਮਾਨਤ ਤੇ ਆਉਣ ਤੋਂ ਬਾਅਦ ਉਹਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਤੇ ਇਹਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਵਿੰਗ ਦਾ ਲੀਡਰ ਬਣਾ ਦਿੱਤਾ ਗਿਆ। ਬੀਜੇਪੀ ਚ ਉਹਨੂੰ ਜੁਆਇਨ ਕਰਵਾ ਲਿਆ। ਔਰ ਇਹ ਮਾਮਲਾ ਜਦੋਂ ਅਖਬਾਰਾਂ 'ਚ ਆਇਆ, ਟੈਲੀਵਿਜ਼ਨ ਚੈਨਲਾਂ ਤੇ ਆਇਆ, ਸਰਕਾਰ ਦੀ ਕਿਰਕਰੀ ਹੋਣ ਲੱਗੀ, ਨੁਕਤਾਚੀਨੀ ਹੋਣ ਲੱਗੀ ਤੇ ਬਾਅਦ ਦੇ ਵਿੱਚ ਬਿਆਨ ਕੀ ਆਉਂਦਾ ਹੈ, ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਬੰਦਾ ਇੰਨਾ ਖਤਰਨਾਕ ਹੈ। ਇਹ ਬੰਦਾ ਸੁਬੋਧ ਕੁਮਾਰ ਸਿੰਘ ਦੇ ਕਤਲ ਦੇ ਵਿੱਚ ਇਨਵੋਲਵ ਹੈ। ਸਾਨੂੰ ਤਾਂ ਮੀਡੀਆ ਰਿਪੋਰਟਾਂ ਪੜ੍ਹ ਕੇ ਪਤਾ ਲੱਗਿਆ ਕਿ ਇਹ ਬੰਦਾ ਉਹਦੇ ਵਿੱਚ ਸੀ, ਉਸ ਕਤਲकांड ਦੇ ਵਿੱਚ ਸੀ। ਇਸ ਲਈ ਹੁਣ ਅਸੀਂ ਇਹਨੂੰ ਅਹੁਦੇ ਤੋਂ ਹਟਾਤਾ। ਜੇ ਤੁਸੀਂ ਜਿਹੜਾ ਹੈਗਾ ਅਪਰਾਧਕ ਅਨਸਰਾਂ ਨੂੰ ਇਸ ਤਰ੍ਹਾਂ ਪ੍ਰਮੋਟ ਕਰੋਗੇ ਤਾਂ ਉਹਦਾ ਇਹੀ ਹੋਊ। ਮੈਂ ਯੂਪੀ ਦੇ ਇੱਕ ਸਾਬਕਾ ਪੁਲਿਸ ਅਫਸਰ ਦਾ ਬਿਆਨ ਪੜ੍ਹਿਆ ਇਸ ਮੁੱਦੇ ਉੱਤੇ। ਉਹਨੇ ਕੀ ਕਿਹਾ? ਉਹਨੇ ਕਿਹਾ, ਕਹਿੰਦਾ ਵੀ ਅਸਲ ਦੇ ਵਿੱਚ ਹੈ ਕਿ ਇੱਕ ਜਿਹੜਾ ਹੈਗਾ ਵਿਕਾਸ ਦੁਬੇ ਖਤਮ ਹੋ ਗਿਆ ਤੇ ਦੂਜਾ ਵਿਕਾਸ ਦੁਬੇ ਪੈਦਾ ਕੀਤਾ ਜਾ ਰਿਹਾ ਸੀ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਤੇ ਵਿਕਾਸ ਦੁਬੇ ਨੇ ਪੁਲਿਸ ਵਾਲਿਆਂ ਨੂੰ ਕਤਲ ਨਾ ਕੀਤਾ ਹੁੰਦਾ, ਐਡਾ ਖਤਰਨਾਕ ਬੰਦਾ ਅਗਲੇ 2-3 ਸਾਲਾਂ ਵਿੱਚ ਸ਼ਾਇਦ ਪਾਰਲੀਮੈਂਟ ਜਾਂ
ਵਿਧਾਨ ਸਭਾ ਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਸਹੁੰ ਚੱਕ ਰਿਹਾ ਹੁੰਦਾ, ਉਹ ਸਾਡਾ ਮਾਨਯੋਗ ਲੀਡਰ ਬਣਿਆ ਹੁੰਦਾ। ਬਿਲਕੁਲ। ਸਿਸਟਮ ਨੇ ਉਹਨੂੰ ਇਸ ਤਰ੍ਹਾਂ ਬਣਾ ਦੇਣਾ ਸੀ। ਹੁਣ ਸੁਪਰੀਮ ਕੋਰਟ ਨੇ ਇਹ ਗੱਲ ਤਾਂ ਜ਼ਰੂਰ ਕਹਿ ਦਿੱਤੀ ਕਿ ਜੀ ਇਹ ਸਿਸਟਮ ਦੀ ਅਸਫਲਤਾ ਹੈ। ਸਿਸਟਮ ਦੇ ਵਿੱਚ ਤਾਂ ਫਿਰ ਅਦਾਲਤਾਂ ਵੀ ਆਉਂਦੀਆਂ। ਜੀ। ਅਗਲੀ ਗੱਲ ਸੁਪਰੀਮ ਕੋਰਟ ਨੇ ਬੜੀ ਪੋਲੀ ਜੀ ਕਹਿਤੀ, ਦੇਖੋ ਜੀ ਇਹ ਜਿਹੜੇ ਤੁਸੀਂ ਹਾਈ ਕੋਰਟ ਦੇ ਜੱਜ ਬਣਾਏ ਹੈ, ਇਹਦੀ ਬਜਾਏ ਸੁਪਰੀਮ ਕੋਰਟ ਦੇ ਕਿਸੇ ਸੇਵਾ ਮੁਕਤ ਜੱਜ ਨੂੰ ਇਸ ਪੜਤਾਲ 'ਚ ਪਾ ਦਿਓ ਤੇ ਇੱਕ ਸਾਬਕਾ ਡੀਜੀਪੀ ਬਣਾ ਦਿਓ। ਜੀ। ਤੇ ਨਾਲ ਹੀ ਇਹ ਗੱਲ ਕਹਿਤਾ ਕਿ ਕਿਉਂਕਿ ਕਰੋਨਾ ਵਰਗੀ ਮਹਾਮਾਰੀ ਹੈ, ਬਾਹਰਲੀ ਸਟੇਟ ਦਾ ਅਫਸਰ ਕੋਈ ਪਾਇਆ ਨਹੀਂ ਜਾ ਸਕਦਾ, ਜੱਜ ਪਾਇਆ ਨਹੀਂ ਜਾ ਸਕਦਾ, ਤੇ ਜੱਜ ਵੀ ਜਿਹੜਾ ਯੂਪੀ ਦਾ ਰਹਿਣ ਵਾਲਾ ਹੋਵੇ ਉਹਨੂੰ ਪਾ ਦਿੱਤਾ ਜਾਵੇ। ਜੀ। ਸਿੱਧੀ ਸਾਹਿਬ ਗੱਲ ਇਹ ਵੀ ਕੰਨ ਤਾਂ ਫੜਿਆ ਪਰ ਫੜਿਆ ਟੇਢਾ ਹੈ। ਇੱਥੇ ਜਿਹੜਾ ਚਾਹੀਦਾ ਇਹ ਸੀ ਕਿ ਇਸ ਮਾਮਲੇ, ਹਾਲਾਂਕਿ ਪੜਤਾਲ ਅਜੇ ਤੱਕ ਅਸਲੀ ਪੱਕਾ ਆਰਡਰ ਤਾਂ ਆਉਣਾ ਹੈ, ਪੱਕਾ ਆਰਡਰ 22 ਜੁਲਾਈ ਤੋਂ ਬਾਅਦ ਕੀ ਆਉਂਦਾ ਹੈ, ਲੇਕਿਨ ਚਾਹੀਦਾ ਕਿ ਇਹੋ ਜਿਹੇ ਮਾਮਲਿਆਂ ਦੀ ਜਿੱਥੇ ਸਿੱਧੀ ਸਟੇਟ ਦੀ ਦਖਲਅੰਦਾਜ਼ੀ ਹੋਵੇ, ਬੰਦਾ ਕਤਲ ਹੁੰਦਾ ਹੋਵੇ, ਚਾਹੇ ਉਹ ਕਿੰਨਾ ਵੀ ਵੱਡਾ ਅਪਰਾਧੀ ਕਿਉਂ ਨਾ ਹੋਵੇ, ਇਹਦੀ ਨਿਗਰਾਨੀ ਸੁਪਰੀਮ ਕੋਰਟ ਨੂੰ ਆਪ ਕਰਨੀ ਚਾਹੀਦੀ ਹੈ। ਬਿਲਕੁਲ। ਬਹੁਤ ਸਾਰੇ ਮਾਮਲਿਆਂ 'ਚ ਆਪਾਂ ਦੇਖਿਆ ਕਿ ਐਸਆਈਟੀ ਬਣ ਜਾਂਦੀ ਹੈ, ਜਿਵੇਂ ਐਸਆਈਟੀ ਬਣੀ ਸੀਗੀ ਸੱਜਣ ਕੁਮਾਰ ਵਾਲੇ ਕੇਸ ਦੇ ਵਿੱਚ। ਜੀ। ਉੱਥੇ ਸੁਪਰੀਮ ਕੋਰਟ ਨੇ ਨਿਗਰਾਨੀ ਕੀਤੀ ਸੀ ਤਾਂ ਜਾ ਕੇ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਹੈ। ਜਿੱਥੇ ਤੁਸੀਂ ਸਿੱਧਾ ਸਟੇਟ ਗਵਰਨਮੈਂਟ ਨੂੰ ਕਹਿੰਦਾ ਕਿ ਤੁਸੀਂ ਕਰਵਾ ਲਓ ਜੀ ਸਾਰਾ ਕੁਝ, ਵਿੱਚ ਆਹ ਪਾ ਲਓ, ਵਿੱਚ ਆਹ ਪਾ ਲਓ, ਆਹ ਪਾ ਲਓ, ਉੱਥੇ ਸਟੇਟ ਗਵਰਨਮੈਂਟ ਦਾ ਦਖਲ ਰਹੂਗਾ। ਸੁਪਰੀਮ ਕੋਰਟ ਨੂੰ ਚਾਹੀਦਾ ਇਹ ਹੈ ਕਿ ਸਟੇਟ ਗਵਰਨਮੈਂਟ ਨੂੰ ਕਹਿਣ ਦੀ ਬਜਾਏ ਕਿ ਸੁਪਰੀਮ ਕੋਰਟ ਦਾ ਕੋਈ ਜੱਜ ਪਾ ਲਓ, ਉਹ ਆਪਣੇ ਆਪ ਦੇਖਣ ਕਿ ਸੁਪਰੀਮ ਕੋਰਟ ਦਾ ਸਾਬਕਾ ਜੱਜ ਹੈ ਜਿਹੜਾ, ਜਿਹਦੀ ਛਵੀ ਠੀਕ ਹੋਵੇ, ਜਿਹਦੇ ਬਾਰੇ ਇਹ ਮੰਨਿਆ ਹੋਵੇ ਕਿ ਉਹ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਉਹੋ ਜਿਹਾ ਕੋਈ ਸਾਬਕਾ ਜੱਜ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਤੁਸੀਂ ਪਿਕ ਕਰ ਸਕਦੇ ਹੋ, ਕਿਸੇ ਵੀ ਹਿੱਸੇ ਦੇ ਵਿੱਚ ਚੁਣ ਸਕਦੇ ਹੋ, ਉਹਨੂੰ ਚੁਣ ਕੇ ਤੁਸੀਂ ਉਹਦੀ ਜਿੱਦਾਂ ਅਗਵਾਈ ਦੇ ਵਿੱਚ, ਉਹਦੀ ਨਿਗਰਾਨੀ ਦੇ ਵਿੱਚ, ਆਪਦੀ ਨਿਗਰਾਨੀ ਦੇ ਵਿੱਚ ਤੁਸੀਂ ਪੜਤਾਲ ਕਰਵਾਓ, ਫਿਰ ਤਾਂ ਪੜਤਾਲ ਦੇ ਕੁਝ ਸਿੱਟੇ ਨਿਕਲ ਸਕਦੇ ਹੈ। ਵੈਸੇ ਮੈਨੂੰ ਇਹ ਲੱਗਦੀ ਹੈ ਵੀ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ, ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕਰਤੀ, ਉਹ ਥੱਲੇ ਫੇਰ ਭੇਜਤਾ ਕਿ ਆਪੇ ਹੀ ਪੈਰੀ ਪੈਣੀ ਹੈ ਤੇ ਆਪੇ ਹੀ ਬੁੱਢ ਸੁਹਾਗਣ ਜੋਗੀ ਸਰਕਾਰ ਨੂੰ ਕਹਿੰਦਾ ਤੂੰ ਆਪੇ ਹੀ ਕਰੀ ਚੱਲ ਸਾਰਾ ਕੁਝ, ਤਾਂ ਫਿਰ ਉਹਦਾ ਪਤਾ ਹੀ ਹੈ ਵੀ ਉਹਦਾ ਰਿਜ਼ਲਟ ਸਾਹਮਣੇ ਕੀ ਆਉਣਾ ਹੈ। ਜੀ ਵਾਕਿਆ ਗੱਲ ਸੀ ਢਿੱਲੋਂ ਸਾਹਿਬ, ਜਦੋਂ ਇਹ ਗ੍ਰਿਫਤਾਰੀ ਨਹੀਂ ਸੀ ਹੋਈ ਤਾਂ ਤੁਸੀਂ ਆਲਰੇਡੀ ਪਹਿਲਾਂ ਹੀ ਇਹ ਖਦਸ਼ਾ ਜ਼ਾਹਿਰ ਕਰ ਦਿੱਤਾ ਸੀਗਾ ਵੀ ਉਹਦਾ ਇਨਕਾਊਂਟਰ ਹੋਣਾ ਹੀ ਹੋਣਾ, ਭਾਵੇਂ ਪੁਲਿਸ ਫੜ ਕੇ ਮਾਰ ਦੇਵੇ ਜਾਂ ਉਦਾਂ ਇਨਕਾਊਂਟਰ ਕਰ ਦੇਵੇ, ਤੇ ਵਾਕਿਆ ਗੱਲ ਸਹੀ ਹੈ, ਉਹੀ ਕੰਮ ਹੋਇਆ ਜੀ।